ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲਾ ਪ੍ਰਭੂ ਹਰ ਘਰ ਘਰ ਕਾ ਵਸੇਠ। ਨਾਮੋ ਮੰਤਰ ਗਣਾਇਂਦਾ ਕਟੇ ਹਉਮੈ ਰੋਗ। ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ। ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਾਂ ਜੋ ਪਹਿਲਾਂ ਵੀ ਗੁਰੂ ਦੀਆਂ ਵਿਚਾਰਾਂ ਦੇ ਨਾਲ ਜੁੜੇ ਹੋਏ ਹਾਂ, ਗੁਰੂ ਦੀਆਂ ਵਿਚਾਰਾਂ ਕੀਤੀਆਂ, ਹੁਣ ਤੱਕ ਦੀਆਂ ਜਿਹੜੀਆਂ ਵਿਚਾਰਾਂ ਕੀਤੀਆਂ ਆਪਾਂ, ਉਹ ਮਾਇਆ ਦੇ ਪਰਤਾਏ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਸੀ ਕਿ ਜਿਹੜੀ ਇਹ ਮਾਇਆ ਹੈ ਇਹ ਮਨਮੁਖਾਂ ਨੂੰ ਖਾ ਜਾਂਦੀ ਹੈ ਅਤੇ ਗੁਰਮੁਖ ਇਹ ਤੋਂ ਬਚ ਜਾਂਦੇ ਹਨ, ਉੱਭਰ ਜਾਂਦੇ ਹਨ। ਗੁਰਸਿੱਖਾਂ ਨੇ ਜਵਾਬ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਗੁਰਮੁਖ ਕੌਣ ਹੁੰਦੇ ਹਨ, ਮਨਮੁਖ ਕੌਣ ਹੁੰਦੇ ਹਨ। ਇਹ ਆਪਾਂ ਵਿਚਾਰਾਂ ਸੁਣ ਸਕੇ ਹਾਂ। ਅੱਜ ਜਿਹੜੀਆਂ ਵਿਚਾਰਾਂ ਹਨ ਗੁਰਮੁਖ ਪਿਆਰੀ ਸਾਧ ਸੰਗਤ, ਅੱਜ ਸਤਿਗੁਰੂ ਜੀ ਵਿਖਿਆਨ ਕਰਦੇ ਹੈ। ਬਿਨ ਨਾਵੈ ਜਗ ਕਾਂਵੜਾ ਫਿਰੈ ਗੁਰਮੁਖ ਨਗਰੀ ਆਇਆ। ਹੇ ਭਾਈ ਨਾਮ ਤੋਂ ਬਿਨਾ ਸਾਰਾ ਸੰਸਾਰ ਕਾਂਵੜਾ ਹੋਇਆ ਫਿਰਦਾ ਹੈ। ਉਹ ਪਰਮਾਤਮਾ ਗੁਰਮੁਖਾਂ ਨੂੰ ਨਿਗਾਹਿਆ ਹੈ। ਸਤਿਗੁਰੂ ਜੀ ਤੋਂ ਜਵਾਬ ਗੁਰਸਿੱਖਾਂ ਨੇ ਫਿਰ ਪੁੱਛਣਾ ਕੀਤਾ ਕਿ ਸੱਚੇ ਪਾਤਸ਼ਾਹ ਇਹ ਕਮਲੇ ਫਿਰ ਕਿਉਂ ਹੋ ਜਾਂਦੇ ਆ? ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਕਮਲੇ ਕਿਉਂ ਕਿਹਾ ਜਾਂਦਾ ਹੈ? ਤੇ ਗੁਰਮੁਖਾਂ ਨੂੰ ਸਿਆਣਪ ਫਿਰ ਕਿੱਥੋਂ ਪ੍ਰਾਪਤ ਹੋ ਜਾਂਦੀ ਹੈ? ਤੇ ਕਿਵੇਂ ਉਹ ਫਿਰ ਇਹਨਾਂ ਮਾਰਾਂ ਤੋਂ, ਦੁੱਖਾਂ ਤੋਂ ਬਚ ਜਾਂਦੇ ਹਨ? ਸਤਿਗੁਰੂ ਜੀ ਕਹਿੰਦੇ, ਸਾਧ ਸੰਗਤ ਜੀ, ਪਾਗਲ ਆਦਮੀ ਐਸੀ ਹਾਲਤ ਵਿੱਚ ਹੁੰਦਾ ਹੈ ਕਿ ਜਦੋਂ ਕੋਈ ਡਾਕਟਰ ਉਹਨਾਂ ਦਾ ਇਲਾਜ ਕਰਨ ਆਵੇ ਤਾਂ ਉਸ ਨੂੰ ਵੀ ਗਾਲਾਂ ਕੱਢਦਾ ਹੈ ਅਤੇ ਮਾਰਨ ਪੈਂਦਾ ਹੈ। ਇਉਂ ਹੀ ਸੰਸਾਰ ਪਾਗਲਖਾਨਾ ਹੈ। ਵਿਸ਼ਿਆਂ ਵਿੱਚ ਲੱਗੇ ਹੋਏ ਜੀਵ ਪਾਗਲਾਂ ਦੀ ਤਰ੍ਹਾਂ ਹਨ। ਭਾਵੇਂ ਕਿੰਨੇ ਵੀ ਸਾਇੰਸਦਾਨ, ਫਿਲਾਸਫਰ, ਵਿਦਵਾਨ ਅਤੇ ਮਾਸਨਿਕ ਵੀ ਕਿਉਂ ਨਾ ਹੋਣ, ਫਿਰ ਵੀ ਪਾਗਲਾਂ ਦੀ ਤਰ੍ਹਾਂ ਜਥਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਕਹਿੰਦੇ ਆਪਣੇ ਆਪ ਨੂੰ ਪੜ੍ਹੇ ਲਿਖੇ ਵੀ ਕਹਾਉਣ ਵਾਲੇ, ਸਾਇੰਸਦਾਨ ਵੀ ਕਹਾਉਣ ਵਾਲੇ, ਜਿਹੜੇ ਨਾਮ ਤੋਂ ਖਾਲੀ ਹੈ, ਮਹਾਰਾਜ ਨੇ ਉਹਨੂੰ ਪਾਗਲ ਕਿਹਾ ਕਿਉਂਕਿ ਉਹ ਹਰੀ ਦੇ ਨਾਮ ਨੂੰ ਨਹੀਂ ਜਪਣਾ ਕਰਦੇ। ਜਿਹੜਾ ਇਹ ਨਾਮ ਹੈ, ਇਹ ਸੰਸਾਰ ਹੈ ਜਿਹੜਾ ਸਾਰਾ ਰੋਗਾਂ ਦਾ ਭਰਿਆ ਹੋਇਆ ਹੈ। ਅਤੇ ਜਿਹੜਾ ਨਾਮ ਹੈ ਇਹ ਇੱਕ ਦਾਰੂ ਹੈ। ਅਤੇ ਨਾਮ ਤੋਂ ਬਿਨਾਂ ਫਿਰ ਸਾਡੇ ਅੰਦਰ ਮੈਲ ਜੰਮ ਜਾਂਦੀ ਹੈ। ਮੈਲ ਦੇ ਨਾਲ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਵੇਂ ਗੁਰਮੁਖ ਪਿਆਰੀ ਸਾਧ ਸੰਗਤ, ਅੱਜ ਦਾ ਅਜੋਕਾ ਸਮਾਂ ਹੈ। ਅਜੋਕੇ ਸਮੇਂ ਦੇ ਵਿੱਚ ਅੱਜ ਦੇਖੋ ਕਿੰਨੀ ਭਿਆਨਕ ਬਿਮਾਰੀ ਖੜੀ ਹੋਈ ਹੈ। ਇਹ ਬਿਮਾਰੀ ਦਾ ਕਾਰਨ ਇੱਕ ਇਹੋ ਹੀ ਹੈ ਕਿ ਅਸੀਂ ਨਾਮ ਤੋਂ ਵਿਛੜ ਗਏ ਹਾਂ, ਨਾਮ ਤੋਂ ਦੂਰ ਹੋ ਗਏ ਹਾਂ, ਨਾਮ ਨੂੰ ਭੁਲਾ ਬੈਠੇ ਹਾਂ। ਵੱਡੇ ਵੱਡੇ ਫਿਲਾਸਫਰ ਅੱਜ ਦੇਖੋ ਕੋਈ ਨਾਮ ਨੂੰ ਚੇਤੇ ਫਿਰ ਵੀ ਨਹੀਂ। ਇੰਨੇ ਦੁੱਖਾਂ ਦੇ ਵਿੱਚ ਅਸੀਂ ਦੁੱਖਾਂ ਦੀਆਂ ਘੜੀਆਂ ਦੇ ਵਿੱਚ ਫਸ ਰਹੇ ਹਾਂ। ਉਹ ਫਿਰ ਵੀ ਜਿਹੜੇ ਗੁਰਮੁਖ ਆ ਉਹ ਤਾਂ ਕਹਿੰਦੇ ਆ ਕਿ ਭਾਈ ਜੇ ਬਿਮਾਰੀਆਂ ਤੋਂ ਬਚਣਾ ਤੁਸੀਂ ਨਾਮ ਜਪੋ, ਸਿਮਰਨ ਕਰੋ, ਪਰ ਨਹੀਂ। ਜਿਹੜੇ ਆਪਣੇ ਆਪ ਨੂੰ ਮੈਂ ਮੇਰੀ ਦੇ ਵਿੱਚ ਫਸੇ ਹੋਏ ਹੈ, ਉਹ ਹੋਰ ਗੱਲਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਪਾ ਕੇ ਲੋਕਾਂ ਨੂੰ ਉਲਝਾ ਕੇ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਵਾਸਤੇ ਗੁਰਮੁਖ ਪਿਆਰੀ ਸਾਧ ਸੰਗਤ ਨਾਮ ਤੋਂ ਫਿਰ ਵੀ ਦੂਰ ਰੱਖਦੇ ਹੈ।
ਇਸ ਕਰਕੇ ਗੁਰਮੁਖ ਪਿਆਰੀ ਸਾਧ ਸੰਗਤ, ਇਹ ਜਿਹੀਆਂ ਬਿਮਾਰੀਆਂ ਅੱਜ ਨਹੀਂ, ਜਦੋਂ ਤੋਂ ਦੁਨੀਆ ਵਸੀ ਆ ਉਦੋਂ ਤੋਂ ਹੀ ਐਸੀਆਂ ਬਿਮਾਰੀਆਂ ਪੈਂਦੀਆਂ ਆਈਆਂ। ਤੇ ਐਸੇ ਦੁੱਖ ਜਿਹੜੇ ਹੁੰਦੇ ਉਹਨਾਂ ਦੀ ਦਾਰੂ ਨਾਮ ਹੀ ਬਣਦਾ ਹੈ। 1520 ਈਸਵੀ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਉੱਤੇ ਜਦੋਂ ਬਾਬਰ ਨੇ ਹਮਲਾ ਕੀਤਾ ਹੈ, ਉਹਦੇ ਹਮਲੇ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਾਂ ਸੀ। ਉਦੋਂ ਉਹ ਯਾਤਰਾ 'ਤੇ ਸੀ, ਉਦਾਸੀਆਂ 'ਤੇ ਸੀ, ਪ੍ਰਚਾਰ ਕਰਦੇ ਸੀ, ਕਾਸੇ 'ਤੇ ਕਹਿ ਲਓ ਵੀ ਉਹ ਦੁਨੀਆ ਨੂੰ ਰਸਤਾ ਦਿਖਾ ਰਹੇ ਸਨ। ਉਹਨਾਂ ਨੇ ਜਾ ਕੇ ਅਹਿਮਦਾਬਾਦ ਦੇ ਵਿੱਚ ਦੱਸਿਆ ਕਿ ਭਾਈ ਤੁਹਾਡੇ 'ਤੇ ਬੜਾ ਕਸ਼ਟ ਆਉਣ ਵਾਲਾ, ਤੜਕੇ ਨੂੰ ਬੜਾ ਦੁੱਖਾਂ ਦੇ ਵਿੱਚ ਤੁਸੀਂ ਪੈ ਜਾਣਾ, ਬੜਾ ਬਰਲਾਪ ਹੋ ਜਾਣਾ, ਮਾਰ ਕੁੱਟ ਹੋ ਜਾਣੀ ਹੈ, ਲੁੱਟੇ ਪੱਟੇ ਜਾਓਗੇ, ਇਹ ਕੁਛ ਤੁਹਾਡੇ 'ਤੇ ਵਾਰਦਾਤ ਹੋਣ ਵਾਲੀ ਹੈ। ਗੁਰਮੁਖ ਪਿਆਰੀ ਸਾਧ ਸੰਗਤ ਜੀ ਸਾਨੂੰ ਕੋਈ ਪਹਿਲਾਂ ਦੱਸ ਦੇਵੇ ਤਾਂ ਫਿਰ ਸਾਨੂੰ ਕੋਈ ਨਾ ਕੋਈ ਉਹਦਾ ਜਾਬਤਾ ਕਰਨਾ ਚਾਹੀਦਾ। ਪਰ ਜਿਹੜਾ ਸਾਡਾ ਹੰਕਾਰ ਹੈ, ਜਿਹੜਾ ਸਾਡਾ ਪਾਗਲਪੁਣਾ ਹੈ, ਕਿ ਤਾਂ ਹੀ ਮਹਾਰਾਜ ਨੇ ਸੰਸਾਰ ਪਾਗਲ ਕਿਹਾ ਨਾ, ਉਹ ਮਨਮੁਖ ਹੋਏ ਬੈਠੇ ਹਨ, ਗੁਰਮੁਖ ਨਹੀਂ, ਪਰਮਾਤਮਾ ਨੂੰ ਨਹੀਂ ਸਿਮਰਦੇ। ਉਹ ਮਹਾਰਾਜ ਨੂੰ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਨੂੰ, ਕਹਿੰਦੇ ਨਹੀਂ, ਸਾਡੇ 'ਤੇ ਐਸੀ ਭੀੜ ਨਹੀਂ ਪੈ ਸਕਦੀ, ਅਸੀਂ ਆਪਦੇ ਜਾਬਤੇ ਸਾਰੇ ਕੀਤੇ ਹੋਏ ਹੈ, ਅਸੀਂ ਜੰਤਰ ਮੰਤਰ ਸਾਰੇ ਉਹ ਜਿਹੜੇ ਜਾਣਦੇ ਆ ਉਹਨਾਂ ਨੂੰ ਲਾਇਆ ਹੋਇਆ ਹੈ। ਜੇ ਸਾਡੇ 'ਤੇ ਕੋਈ ਚੜ੍ਹ ਕੇ ਆਵੇਗਾ, ਉਹ ਯੰਤਰਾਂ ਤੰਤਰਾਂ ਮੰਤਰਾਂ ਦੇ ਨਾਲ ਉਹਨਾਂ ਨੂੰ ਅੰਨੇ ਕਰ ਦੇਣਗੇ, ਉਹਨਾਂ ਨੂੰ ਮਾਰ ਦੇਣਗੇ, ਉਹਨਾਂ ਨੂੰ ਪਿਛਾਂਹ ਮੋੜ ਦੇਣਗੇ, ਸਾਡੇ ਤਾਈਂ ਨਹੀਂ ਕੋਈ ਪਹੁੰਚ ਸਕਦਾ। ਕਰਮ ਕਾਂਡਾਂ ਦੇ ਵਿੱਚ ਉਲਝੇ ਹੋਏ ਸਨ। ਸਤਿਗੁਰੂ ਜੀ ਕਹਿੰਦੇ, ਭਾਈ ਠੀਕ ਹੈ, ਸਤਿਕਰਤਾਰ ਨਹੀਂ, ਸਾਡਾ ਵਚਨ ਮੰਨਣਾ ਠੀਕ ਹੈ, ਪਰ ਇਹ ਕੁਛ ਤੜਕੇ ਨੂੰ ਤੁਹਾਡੇ 'ਤੇ ਹੋਣਾ ਹੈ। ਮਰਦਾਨੇ ਜੀ ਨੂੰ ਪੁੱਛਿਆ, ਮਰਦਾਨਾ ਜੀ ਪੁੱਛਣ ਲੱਗੇ, ਸਤਿਗੁਰੂ ਪਾਤਸ਼ਾਹ ਜੀ, ਫਿਰ ਆਪਾਂ ਕਿਤੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਟਿਕਾਣਾ ਕਰ ਲਾਂਗੇ, ਆਪਾਂ ਰਾਤ ਇੱਥੇ ਨਾ ਕੱਟੀਏ, ਜਦੋਂ ਤੜਕੇ ਨੂੰ ਤੁਹਾਨੂੰ ਪਤਾ ਵੀ ਇਹੋ ਜਿਹਾ ਕੁਛ ਹੋਣਾ ਹੈ। ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਰਦਾਨਿਆਂ, ਜੇ ਆਪਾਂ ਇਹਨਾਂ ਡਰਾਂ ਤੋਂ ਮਾਰੇ ਦੁਨੀਆ ਨੂੰ ਛੱਡ ਕੇ ਦੁਖੀਆਂ ਨੂੰ ਦੂਰ ਭਾਗੇ, ਤਾਂ ਇਹਨਾਂ ਦੇ ਦੁੱਖ ਕੌਣ ਸੁਣੇਗਾ? ਇਹਨਾਂ ਨੂੰ ਕੌਣ ਦੱਸੇਗਾ ਕਿ ਰੱਬ ਕੀ ਹੈ? ਇਹਨਾਂ ਨੂੰ ਕੌਣ ਦੱਸੇਗਾ ਕਿ ਸੱਚ ਕੀ ਹੈ? ਆਪਾਂ ਇੱਥੇ ਹੀ ਡੇਰਾ ਲਾਵਾਂਗੇ। ਗੁਰਮੁਖ ਪਿਆਰੀ ਸਾਧ ਸੰਗਤ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਡੇਰਾ ਕੀਤਾ। ਰਾਤ ਬੀਤੀ, ਅੱਧੀ ਰਾਤ ਦੇ ਸਮੇਂ ਬਾਬਰ ਆਪਣੀ ਫੌਜ ਲੈ ਕੇ ਆ ਚੜ੍ਹਿਆ। ਇਸਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਬਾਬਰ ਨੇ ਅਹਿਮਦਾਬਾਦ ਨੂੰ ਕਿੰਨਾ ਲੁੱਟਿਆ, ਕਿੰਨਾ ਮਾਰਿਆ। ਇਹਦੇ ਪਰਥਾਈ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਕਥਨ ਕੀਤਾ ਹੈ ਕਿ ਜਿਹੜੇ ਚੌਂਕੇ ਤੋਂ ਬਿਨਾਂ, ਮਿੱਟੀ ਲਾਈ ਤੋਂ ਬਿਨਾਂ ਹਿੰਦਵਾਣੀਆਂ ਰੋਟੀ ਨਹੀਂ ਪੂਰਦੀਆਂ ਸੀ, ਰੋਟੀਆਂ ਨਹੀਂ ਪਕਾਉਂਦੀਆਂ ਸੀ। ਮੁਸਲਮਾਨੀਆਂ ਕਹਿੰਦੀਆਂ ਸੀ, ਸਾਡੇ ਕੋਲ ਖੁਦਾ ਨਾਮ ਜਪਣ ਦਾ ਟਾਈਮ ਹੀ ਨਹੀਂ ਹੈ। ਫਿਰ ਦੁੱਖ ਦੀ ਘੜੀ ਦੇ ਵਿੱਚ ਆ ਕੇ ਪਰਮਾਤਮਾ ਯਾਦ ਆਉਂਦਾ। ਗੁਰਮੁਖ ਪਿਆਰੀ ਸਾਧ ਸੰਗਤ, ਤੇ ਜਿਹੜੇ ਉਹਨਾਂ ਨੇ ਯੰਤਰਾਂ ਮੰਤਰਾਂ ਵਾਲੇ ਬਿਠਾਏ ਸੀ, ਉਹ ਯੰਤਰਾਂ ਮੰਤਰਾਂ ਨੇ, ਕਿਉਂਕਿ ਕਰਮ ਕਾਂਡ ਕੁਛ ਨਹੀਂ ਕਰਦੇ, ਇਹ ਕਰਮ ਕਾਂਡ ਕੁਛ ਨਹੀਂ ਕਰਦੇ, ਜੋ ਕੁਛ ਕਰਨ ਵਾਲਾ ਹੈ ਪਰਮਾਤਮਾ ਹੈ। ਅੱਜ ਵੀ ਇਹੀ ਘੜੀ ਹੈ। ਅੱਜ ਵੀ ਸਾਡੇ ਫਿਲਾਸਫਰ ਜਿਹੜੇ ਵੱਡੇ ਹਨ, ਤਾਲੀਆਂ ਵਜਾਓ, ਤਾਲੀਆਂ ਵਜਾਓ, ਦੀਵੇ ਲਾਓ, ਕਿਤੇ ਜਾਜਾਂ ਨਾਲ ਫੁੱਲ ਬਰਸਾਓ, ਇਹ ਕੁਛ ਨਹੀਂ ਹੈ। ਗੁਰਮੁਖ ਪਿਆਰੀ ਸਾਧ ਸੰਗਤ ਦੁਨੀਆ ਨੂੰ ਗੁੰਮਰਾਹ ਕਰਨਾ ਹੈ। ਕਿਤੇ ਟੈਲੀਵਿਜ਼ਨਾਂ ਦੇ ਉੱਤੇ ਸਾਹਮਣੇ ਆ ਕੇ ਕਹਿਣਾ ਵੀ ਭਾਈ ਤੁਸੀਂ ਰਾਮ ਜਪੋ, ਆਪਣੇ 'ਤੇ ਕਸ਼ਟ ਆਇਆ, ਆਪਣੇ ਦੇਸ਼ 'ਤੇ ਦੁੱਖ ਆ ਰਿਹਾ, ਦੁੱਖ ਦੀ ਘੜੀ ਆਈ ਹੈ। ਕਿਸੇ ਨੂੰ ਕਹਿਣ ਵਾਹਿਗੁਰੂ ਜਪੋ, ਕਿਸੇ ਨੂੰ ਕਹੋ ਅੱਲਾ ਜਪੋ, ਕਿਸੇ ਨੂੰ ਕਹੋ ਸਾਈਂ ਜਪੋ। ਇਹਨਾਂ ਕੰਮਾਂ ਦੇ ਵਿੱਚ ਆ ਕੇ ਉਹਨਾਂ ਨੂੰ ਦਿਲਾਸਾ ਦੇਣ, ਭਰੋਸਾ ਦੇਣ ਕਿ ਅਸੀਂ ਤੁਹਾਡੇ ਨਾਲ ਹਾਂ। ਪਰ ਨਹੀਂ, ਗੁਰਮੁਖ ਪਿਆਰੀ ਸਾਧ ਸੰਗਤ, ਉਹੀ ਪਾਗਲ ਪੁਣੇ ਵਾਲੀ ਗੱਲ ਜਿਹੜੀ ਸਤਿਗੁਰਾਂ ਦੀ ਬਾਣੀ ਦੇ ਵਿੱਚ ਲਿਖ ਦਿੱਤੀ ਹੈ
ਕਿ ਨਾਮ ਤੋਂ ਬਿਨਾਂ ਜਗ ਕਮਲਾ ਹੈ, ਪਾਗਲ ਹੈ, ਉਹ ਪਾਗਲਾਂ ਦੀ ਤਰ੍ਹਾਂ ਕਰ ਰਹੇ ਹੈ। ਤੇ ਬਿਮਾਰੀ ਨੂੰ ਇਹ ਗੁਰਮੁਖ ਪਿਆਰੀ ਸਾਧ ਸੰਗਤ ਨਾ ਦੀਵੇ, ਨਾ ਤਾੜੀਆਂ ਕੁਛ ਨਹੀਂ ਕਰਦੀਆਂ। ਜੇ ਤੂੰ ਬਚਣਾ ਹੈ ਤਾਂ ਇੱਕੋ ਇੱਕ ਸਿਧਾਂਤ, ਉਸ ਵਾਹਿਗੁਰੂ ਸਾਈਂ ਅੱਲਾ ਵਾਹਿਗੁਰੂ ਰਾਮ ਪਰਮਾਤਮਾ ਨੂੰ ਚੇਤੇ ਕਰੋ, ਸਿਮਰਨ ਕਰੋ। ਉਹਦੇ ਨਾਲ ਸਾਡਾ ਇਸ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ, ਕਿਉਂਕਿ ਦੁੱਖਾਂ ਦੀ ਦਾਰੂ ਇੱਕ ਨਾਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਹੈ ਲਾਗੈ ਸੱਚ ਬਿਨਾ। ਜਦੋਂ ਅਸੀਂ ਸੱਚ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਸਾਨੂੰ ਇਹ ਮਹਿਲ ਲੱਗ ਜਾਂਦੀ ਹੈ। ਗੁਰੂ ਜੀ ਵੈਦ ਡਾਕਟਰ ਹਨ ਜਤਾ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਨ ਕੀ ਬੰਦਾ। ਇਹ ਸੂਰਜ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਅੰਗ 618 ਦੇ ਉੱਤੇ ਲਿਖਦੇ ਹਨ। ਸੰਸਾਰ ਦੇ ਪਾਗਲ ਲੋਕ ਉਲਟਾ ਗੁਰੂ ਜੀ ਨਾਲ ਹੀ ਵੈਰ ਕਰਦੇ ਹਨ। ਜਿਵੇਂ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਹੰਕਾਰ ਕਰਕੇ ਪਾਗਲ ਹੋਏ ਬਦੀ ਕੰਧਾਰੀ ਦਾ ਹੰਕਾਰ ਰੂਪ ਪਾਗਲ ਪੁਣਾ ਤੋੜ ਕੇ ਪ੍ਰਭੂ ਦੀ ਗਿਆਤ ਵਾਲਾ ਕੀਤਾ। ਭਾਵੇਂ ਉਸਨੇ ਸਤਿਗੁਰੂ ਦੇ ਪੱਥਰ ਹੀ ਸੁੱਟਿਆ ਸੀ। ਸੰਸਾਰ ਦੀ ਪੂਜਾ ਵਿੱਚ ਫਸੇ ਹੋਏ ਸਿੱਧਾਂ ਨੇ ਗੁਰੂ ਜੀ ਨੂੰ ਡਰਾਉਣ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਸ਼ਕਤੀ ਨਾਲ ਤਾਰੇ ਤੋੜੇ, ਸੱਪ ਬਣ ਕੇ ਉੱਡੇ, ਹਨੇਰੀ ਵਗਾਈ ਅਤੇ ਮੂੰਹਾਂ ਵਿੱਚੋਂ ਅੱਗ ਉਗਲੀ। ਸਤਿਗੁਰਾਂ ਨੇ ਸ਼ਕਤੀਆਂ ਖੋਹ ਕੇ ਸਭ ਉਪਦੇਸ਼ ਦੇ ਕੇ ਸਿੱਧਾਂ ਦਾ ਪਾਗਲਪਣਾ ਦੂਰ ਕੀਤਾ ਸੀ। ਇਸੇ ਤਰ੍ਹਾਂ ਇਸ ਪ੍ਰਕਾਰ ਨਾਮ ਤੋਂ ਬਿਨਾਂ ਸੰਸਾਰ ਕਮਲਾ ਹੋਇਆ ਫਿਰਦਾ ਹੈ। ਜਿਵੇਂ ਕਮਲੇ ਆਪਣੇ ਆਪ ਨੂੰ ਕਮਲਾ ਨਹੀਂ ਮੰਨਦੇ, ਇਵੇਂ ਹੀ ਸੰਸਾਰ ਲੋਕ ਆਪਣੇ ਆਪ ਨੂੰ ਕਮਲਾ ਨਹੀਂ ਮੰਨਦੇ। ਇਹ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਹੀ ਆਇਆ ਹੈ ਕਿ ਜਗਤ ਕਮਲਾ ਹੈ। ਜੇ ਆਪਾਂ ਲੋਕਾਂ ਨੂੰ ਕਹੀਏ ਵੀ ਤੁਸੀਂ ਤਾਂ ਪਾਗਲ ਹੋ, ਕਮਲੇ ਹੋ, ਉਹ ਮੰਨਦੇ ਨਹੀਂ। ਉਹ ਆਖਣਗੇ ਸਾਡੇ ਵਰਗਾ ਤਾਂ ਸਿਆਣਾ ਕੋਈ ਨਹੀਂ, ਤੂੰ ਸਿਆਣਾ ਕਿੱਥੋਂ ਆ ਗਿਆ। ਪਰ ਗੁਰਮੁਖ ਪਿਆਰੀ ਸਾਧ ਸੰਗਤ ਜਦੋਂ ਗੁਰੂ ਜੀ ਨੂੰ ਪੁੱਛਿਆ ਸੀ, ਗੁਰੂ ਜੀ ਕਹਿੰਦੇ ਸੀ ਸਾਡੇ ਸੇਵਕ, ਸਾਡੇ ਥਾਂ ਫਲਾਣੇ ਥਾਂ ਸੇਵਕ ਹੈ, ਉਹ ਆਹ ਕਰਦੇ ਆ, ਸੇਵਾ ਕਰਦੇ ਆ, ਮਨੁੱਖਤਾ ਦੀ ਸੇਵਾ ਕਰਦੇ ਆ। ਤਾਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸੇਵਕਾਂ ਦੀ ਨਿਸ਼ਾਨੀ ਕੀ ਹੈ। ਤਾਂ ਸਤਿਗੁਰਾਂ ਨੇ ਇਹ ਜਵਾਬ ਦਿੱਤਾ ਸੀ ਕਿ ਜਿਹਨੂੰ ਸਾਰੀ ਦੁਨੀਆ ਪਾਗਲ ਕਹਿੰਦੀ ਹੋਵੇ ਉਹ ਸਾਡਾ ਸੇਵਕ ਹੁੰਦਾ ਹੈ, ਕਿਉਂਕਿ ਉਹਨਾਂ ਦਾ ਦੁਨੀਆ ਦੇ ਨਾਲ ਨਾਤਾ ਟੁੱਟਿਆ ਹੁੰਦਾ। ਦੁਨੀਆ ਆਪਣੇ ਆਪ ਨੂੰ ਸਿਆਣਾ ਕਹਾਉਂਦੀ ਹੈ। ਉਹ ਸੱਚ ਜਦੋਂ ਕਹਿੰਦਾ, ਸੱਚ ਕਿਸੇ ਨੂੰ ਚੰਗਾ ਨਹੀਂ ਲੱਗਦਾ, ਸੱਚ ਕੌੜਾ ਲੱਗਦਾ। ਇਸ ਕਰਕੇ ਲੋਕ ਉਹਨੂੰ ਪਾਗਲ ਕਹਿੰਦੇ ਆ, ਕਿਉਂਕਿ ਉਹ ਨਾਮ ਦੇ ਨਾਲ ਜੁੜਿਆ ਹੁੰਦਾ ਹੈ। ਉਹ ਨਾਮ ਦੀਆਂ ਗੱਲਾਂ ਕਰਦਾ। ਨਾਮ ਦੀਆਂ ਗੱਲਾਂ ਜਦੋਂ ਐਸਾ ਸਮਾਂ ਹੁੰਦਾ ਚੰਗੀਆਂ ਨਹੀਂ ਲੱਗਦੀਆਂ। ਇਸ ਕਰਕੇ ਫਿਰ ਉਹਨੂੰ ਲੋਕ ਪਾਗਲ ਕਹਿੰਦੇ ਵੀ ਇਹ ਤਾਂ ਪਾਗਲ ਆ ਯਾਰ, ਉਹ ਮਾਰੀ ਜਾਂਦਾ। ਕਿੱਥੇ ਹੈ ਰੱਬ, ਕਿੱਥੇ ਹੈ ਰੱਬ, ਤਾਂ ਹੀ ਨਹੀਂ ਕਿਤੇ। ਆ ਦੁਨੀਆ ਵੀ ਦੇਖੋ ਕਿਤੇ ਕਿਤੇ ਪਲਸ ਪਰ ਚੀਨ, ਜਾਪਾਨ, ਵੱਡੇ ਵੱਡੇ ਦੇਸ਼ ਜਿਹੜੇ ਕਹਿੰਦੇ ਸੀ ਵੀ ਅਸੀਂ ਸਾਰਾ ਕੁਝ ਕਰ ਸਕਦੇ ਹਾਂ, ਕੁਛ ਨਹੀਂ ਹੈ, ਕਿਸੇ ਕਿਤੇ ਰੱਬ ਨਹੀਂ ਹੈ। ਅੱਜ ਉਹਨਾਂ ਦੇ ਯਾਦ ਆਉਂਦਾ ਨਾ ਰੱਬ ਕੀ ਹੈ, ਰੱਬ ਕੀ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਦਾ ਸਿਮਰਨ ਕਰੋ, ਨਾਮ ਨੂੰ ਜਪਿਆ ਕਰੋ। ਫਿਰ ਸਤਿਗੁਰੂ ਜੀ ਕਹਿੰਦੇ ਧੰਦਾ ਕਰਦਿਆਂ ਨੇ ਬਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਕਹਿੰਦੇ ਅਸੀਂ ਸੁੱਖਾਂ ਦੀ ਖਾਤਰ ਦਿਨ ਰਾਤ ਧੰਦੇ ਕਰਦੇ ਫਿਰਦੇ ਹਾਂ ਤੇ ਆਪਣਾ ਸਾਰਾ ਜਿਹੜਾ ਜੀਵਨ ਹੈ ਇਹ ਬਲ ਗਵਾ ਲੈਂਦੇ ਹਾਂ। ਜਿਹੜਾ ਸੁੱਖਾਂ ਦਾ ਸਾਨੂੰ ਸੁੱਖ ਦੇਣ ਵਾਲਾ ਦਾਤਾ ਹੈ ਉਹਨੂੰ ਕਦੇ ਮਨ ਦੇ ਵਿੱਚ ਨਹੀਂ ਵਸਾਉਂਦੇ। ਮਨਮੁਖਾਂ ਨੇ ਸੰਸਾਰਕ ਧੰਦਿਆਂ ਨੂੰ ਕਰਦਿਆਂ ਆਪਣੇ ਮਨੁੱਖਾ ਜਨਮ ਨੂੰ ਨਿਸਫਲ ਗਵਾ ਲਿਆ ਹੈ।
ਸੁਖਦਾਤਾ ਤੇ ਪਰਮੇਸ਼ਰ ਹੈ, ਉਸ ਨੂੰ ਮਨ ਵਿੱਚ ਨਹੀਂ ਵਸਾਇਆ। ਜਿਵੇਂ ਕਮਲਾ ਸਾਰਾ ਦਿਨ ਕੱਪੜੇ ਪਾੜਦਾ ਹੈ, ਗਾਲਾਂ ਕੱਢਦਾ ਹੈ, ਇੱਟਾਂ ਪੱਥਰ ਮਾਰਨ ਵਿੱਚ ਹੀ ਸਮਾਂ ਬਤੀਤ ਕਰਦਾ ਹੈ, ਇਸੇ ਤਰ੍ਹਾਂ ਹੀ ਸੰਸਾਰ ਲੋਕ ਵੇਖਣ ਸੁਣਨ ਅਤੇ ਭੋਗਣ ਵਿੱਚ ਬਤੀਤ ਕਰਕੇ ਸਾਰਾ ਜੀਵਨ ਨਿਸਫਲ ਹੀ ਗਵਾ ਲੈਂਦੇ ਹਨ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤਿਸ ਧੁਰ ਲਿਖ ਪਾਇਆ। ਕਹਿੰਦੇ ਭਾਈ, ਇਹ ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਧੁਰੋਂ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ। ਉਹ ਵਾਹਿਗੁਰੂ ਦੇ ਨਾਮ ਨਾਲ ਜੁੜਦੇ ਹੈ ਤੇ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਦੇ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਤਿੰਨਾਂ ਪੁਰਸ਼ਾਂ ਨੂੰ ਗੁਣਾਂ ਪਾਸੋਂ ਨਾਮ ਪ੍ਰਾਪਤ ਹੋਇਆ ਹੈ, ਜਿਨ੍ਹਾਂ ਦੇ ਮੱਥੇ ਤੇ ਧੁਰੋਂ ਹੀ ਪਰਮੇਸ਼ਰ ਨੇ ਲੇਖ ਲਿਖਿਆ ਪਾਇਆ ਹੈ। ਮਹਲਾ ਤੀਜਾ। ਤੀਜੇ ਪਾਤਸ਼ਾਹ ਜੀ ਕਹਿੰਦੇ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਪਾਇਆ। ਸਤਿਗੁਰੂ ਜੀ ਕਹਿੰਦੇ, ਸਤ ਸੰਗਤ ਰੂਪ ਘਰ ਵਿੱਚ ਵਾ, ਸਰੀਰ ਘਰ ਦੇ ਵਿੱਚ ਹੀ ਨਾਮ ਰੂਪੀ ਅੰਮ੍ਰਿਤ ਅਥਵਾ ਬ੍ਰਹਮਾ ਰੂਪ ਅੰਮ੍ਰਿਤ ਭਰਪੂਰ ਹੈ। ਇਹ ਅੰਮ੍ਰਿਤ ਕਿਤੋਂ ਭਾਲਣਾ ਨਹੀਂ ਪੈਂਦਾ ਗੁਰਮੁਖ ਪਿਆਰੀ ਸਾਧ ਸੰਗਤ। ਇਹ ਹਰੇਕ ਜੀਵ ਦੇ ਅੰਦਰ ਇੱਕ ਘੜਾ ਮਹਾਰਾਜ ਨੇ ਅੰਮ੍ਰਿਤ ਦਾ ਟਿਕਾਇਆ ਹੋਇਆ ਹੈ, ਅੰਮ੍ਰਿਤ ਬਖਸ਼ਿਸ਼ ਕੀਤੀ ਹੋਈ ਹੈ। ਜਿਹੜੇ ਮਨੁੱਖਾ ਜਨਮ ਦੇ ਵਿੱਚ ਜਾਮੇ ਦੇ ਵਿੱਚ ਆਏ ਹੈ ਨਾ, ਉਹਨਾਂ ਨੂੰ ਮਨੁੱਖਾ ਜਨਮ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ। ਨਾਮ ਨਿਧ ਅੰਮ੍ਰਿਤ ਪਰਮ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ। ਬੜੇ ਦ੍ਰਿਸ਼ਟਾਂਤ ਦਿੱਤੇ ਆ ਬਾਣੀ ਦੇ ਵਿੱਚ। ਕਹਿੰਦੇ ਨਾਮ ਨਿਧ ਅੰਮ੍ਰਿਤ ਪਰਮ ਕਾ ਨਾਮ, ਇਹ ਪ੍ਰਭੂ ਦਾ ਨਾਮ ਹੀ ਅੰਮ੍ਰਿਤ ਹੈ। ਦੇਹੀ ਮੈਂ ਇਸ ਕਾ ਵਿਸ਼ਰਾਮ, ਇਸ ਦੇਹੀ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਇਹਦਾ ਵਿਸ਼ਰਾਮ ਹੈ, ਬਾਹਰ ਨਹੀਂ ਕਿਤੇ ਹੈ। ਇਹ ਗੌੜੀ ਸੁਖਮਨੀ ਦੇ ਵਿੱਚ ਪੰਜਵੇਂ ਮਹਲਾ ਪੰਜਵੇਂ ਪੰਜ ਪਾਤਸ਼ਾਹ ਨੇ 293 ਅੰਗ ਤੇ ਕਥਨ ਕੀਤਾ ਹੈ। ਪਰ ਇਸ ਨਾਮ ਰੂਪ ਅੰਮ੍ਰਿਤ ਦਾ ਸਵਾਦ ਮਨਮੁਖ ਪੁਰਸ਼ ਨੇ ਨਹੀਂ ਪਾਇਆ। ਜਿਹੜੇ ਮਨਮੁਖ ਹੁੰਦੇ ਆ ਉਹ ਇਸ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜਿਵੇਂ ਉਹਨਾਂ ਨੇ ਮਾਇਆ ਦਾ ਤੇ ਉਸ ਦਾ ਪਹਿਲਾਂ ਦ੍ਰਿਸ਼ਟਾਂਤ ਦੇ ਚੁੱਕੇ ਹਾਂ ਕਿ ਮਨਮੁਖਾਂ ਨੂੰ ਖਾ ਜਾਂਦੀ ਹੈ ਤੇ ਗੁਰਮੁਖਾਂ ਦੇ ਉਹ ਕੰਮ ਆ ਜਾਂਦੀ ਹੈ। ਇਸੇ ਤਰ੍ਹਾਂ ਇਹ ਨਾਮ ਦੀ ਵੀ ਇਸੇ ਤਰ੍ਹਾਂ ਦਾਤਾ ਹੈ। ਜਿਹੜੇ ਮਨਮੁਖ ਹੋ ਜਾਂਦੇ ਹਨ ਉਹ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਹ ਤਾਂ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੋਇਆ ਹੈ, ਹਰੇਕ ਨੂੰ ਨਹੀਂ। ਯਥਾ ਕਬੀਰ ਪਾਰ ਸਮੂਹਾ ਸਰਬ ਭਰਾ, ਪੀ ਨ ਸਕੈ ਕੋਈ ਨੀਰ। ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਬੀਰ ਸਾਹਿਬ ਜੀ ਕਹਿੰਦੇ, ਇਹ ਜਿਹੜਾ ਸਮੁੰਦਰ ਭਰਿਆ ਹੋਇਆ ਚੱਲ ਰਿਹਾ ਅੰਮ੍ਰਿਤ ਦੀ ਨਦੀ ਵਗ ਰਹੀ ਹੈ। ਕਬੀਰ ਪਾਲ ਸਮੂਹਾ ਸਰਬਰ ਭਰਾ, ਐਡਾ ਵੱਡਾ ਸਮੁੰਦਰ ਭਰਿਆ ਹੋਇਆ ਹੈ ਭਾਈ ਅੰਮ੍ਰਿਤ ਦਾ, ਪੀ ਨਾ ਸਕੈ ਕੋਈ ਨੀਰ। ਕਹਿੰਦੇ ਉਹਦੇ 'ਚ ਕੋਈ ਇੱਕ ਤਿਨਕਾ ਘਰ ਵੀ ਪੀ ਨਹੀਂ ਸਕਦਾ ਬਿਨਾਂ ਕਰਮਾਂ ਤੋਂ। ਭਾਗ ਵੱਡੇ ਤੈਂ ਪਾਇਓ, ਕਹਿੰਦੇ ਕਬੀਰ ਤੇਰੇ ਬੜੇ ਵੱਡੇ ਭਾਗ ਕੀਤੇ ਆ। ਤੂੰ ਭਰ ਭਰ ਪੀਓ ਕਬੀਰ, ਤੂੰ ਭੁੱਖ ਭਰ ਭਰ ਕੇ ਇਸ ਅੰਮ੍ਰਿਤਮਈ ਬਾਣੀ ਦੇ ਪੀ ਲਿਆ। ਇਸ ਕਰਕੇ ਤੇਰੀ ਸੋਝੀ ਤੇ ਖੁੱਲ੍ਹ ਗਈ ਹੈ, ਤੇਰਾ ਪਾਗਲਪੁਣਾ ਰਹਿ ਗਿਆ ਹੈ। ਤੂੰ ਇੱਕ ਸੱਚ ਪਰਮਾਤਮਾ ਦੇ ਨਾਲ ਜੁੜ ਗਿਆ ਹੈ। ਇਸ ਕਰਕੇ ਤੂੰ ਦੁਨੀਆ ਨੂੰ ਸੱਚ ਦਾ ਰਸਤਾ ਦੱਸ ਰਿਹਾ ਹੈ। ਇਹ ਭਾਈ ਸਰੂਪ ਹੈ ਜਿਹੜਾ ਕਬੀਰ ਸਾਹਿਬ ਦਾ ਅੰਗ 1373 ਅੰਗ ਤੇ ਲਿਖਿਆ ਹੋਇਆ ਮਹਾਰਾਜ ਦੀ ਬਾਣੀ ਦੇ ਵਿੱਚ। ਸੋ ਆਓ ਪਿਆਰੀ ਸਾਧ ਸੰਗਤ, ਇਹਨਾਂ ਚੀਜ਼ਾਂ ਨੂੰ ਆਪਾਂ ਗ੍ਰਹਿਣ ਕਰੀਏ ਭਾਈ। ਇਹਨਾਂ ਦੁੱਖਾਂ ਔਕੜਾਂ ਤੋਂ ਬਚਣ ਦੇ ਲਈ ਪਰਮਾਤਮਾ ਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਕਿ ਸਾਡਾ ਜੀਵਨ ਵੀ ਸਫਲ ਹੋ ਜਾਵੇ
ਅਸੀਂ ਇਸ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋ ਜਾਈਏ, ਨਹੀਂ ਹੋ ਸਕਦਾ ਕਿ ਸਾਨੂੰ ਮੁਕਤੀ ਗਾਹਾਂ ਜਾ ਕੇ ਮਿਲੂਗੀ, ਕਿਉਂਕਿ ਗਾਹਾਂ ਤਾਂ ਮੁਕਤੀ ਕਿਸੇ ਨੇ ਦੇਖੀ ਨਹੀਂ। ਗੁਰਮੁਖ ਪਿਆਰੀ ਸਾਧ ਸੰਗਤ, ਮੁਕਤੀ ਦਾ ਦਰ ਤਾਂ ਇਹੀ ਹੈ। ਜੇ ਅਸੀਂ ਨਾਮ ਜਪਾਂਗੇ ਤਾਂ ਇੱਥੇ ਵੀ ਸੁਖੀ ਹੋ ਜਾਵਾਂਗੇ ਤੇ ਅੱਗੇ ਜਾ ਕੇ ਵੀ ਸਾਨੂੰ ਹੋਰ ਟੇਢੀਆਂ ਜਿਨ੍ਹਾਂ ਦੇ ਵਿੱਚ ਨਹੀਂ ਪੈਣਾ। ਇਸ ਕਰਕੇ ਪਿਆਰੀ ਸਾਧ ਸੰਗਤ, ਆਓ ਯਤਨ ਕਰੀਏ। ਕੱਲ੍ਹ ਨੂੰ ਆਪਾਂ ਇਹ ਪੜਤਾਏ ਸਾਖੀ ਪ੍ਰਮਾਣ ਪੜਾਂਗੇ, ਰਹਿਣੀਆਂ ਦੀਆਂ ਵਿਚਾਰਾਂ ਪੜਾਂਗੇ। ਭਾਈ ਆਓ ਇੱਥੇ ਹੀ ਸਮਾਪਤੀ ਕਰਦੇ ਹਾਂ। ਇਹ ਕੀਤੀ ਦਿੱਤੀ ਹੋਈ ਗੁਰੂ ਦੀ ਸਿੱਖਿਆ ਸਾਡੀ ਸਿੱਖਿਆ ਨਹੀਂ, ਇਹ ਗੁਰੂ ਦੀ ਦਿੱਤੀ ਹੋਈ ਸਿੱਖਿਆ ਹੈ, ਬਾਣੀ ਦੇ ਵਿੱਚੋਂ ਦਿੱਤੀ ਹੋਈ ਸਿੱਖਿਆ ਹੈ। ਨਾਮ ਦੀ ਸਿੱਖਿਆ ਗੁਰੂ ਪਿਆਰੀ ਸਾਧ ਸੰਗਤ ਨੂੰ ਗ੍ਰਹਿਣ ਕਰੋ। ਆਓ ਪੜ੍ਹ ਕੇ ਭਾਈ ਕਰਮ ਕਰਨਾ ਤੋਂ ਬਚ ਕੇ ਨਾਮ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਭਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।